ਆਵੈ ਤੋ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰ ਮੈਂ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬਸਿਕ ਸੰਗਤਾਂ, ਮਾਈ ਭਾਈ, ਵਡਭਾਗਿਓ, ਧੰਤਾ ਦੀ ਜੋਗੋ, ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਤੇ ਸੁਭਾਇਮਾਨ ਚਵਰ ਤਖਤ ਦੇ ਮਾਲਿਕ, ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ, ਵੱਡਿਆਂ ਭਾਗਾਂ ਵਾਲਿਓ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਲੈ ਕੇ ਧੰਤਾ ਦੀ ਯੋਗ ਬਣੀਏ। ਕੱਲ੍ਹ ਆਪਾਂ ਨੇ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਕਰਤਾਰਪੁਰ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਹੈ। ਪਰਿਵਾਰ ਨੇ ਮਿਲ ਕਰਕੇ ਬੜੀ ਖੁਸ਼ੀ ਮਨਾਣਾ ਕੀਤੀ ਹੈ। ਜਿੱਥੇ ਹੁਣ ਸਤਿਗੁਰਾਂ ਦੇ ਗੁਰਸਿੱਖ, ਸਤਿਗੁਰਾਂ ਦਾ ਪਰਿਵਾਰ, ਸਤਿਗੁਰਾਂ ਦੇ ਸਾਹਿਬਜ਼ਾਦੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਬੜੇ ਪ੍ਰਸੰਨ ਚਿੱਤ ਹੋਏ ਹੈ। ਉੱਥੇ ਪਹਿੰਦੇ ਖਾਂ ਨੂੰ ਵੀ ਪਤਾ ਲੱਗਿਆ ਅਤੇ ਪਹਿੰਦੇ ਖਾਂ ਵੀ ਚੱਲ ਕੇ ਆਇਆ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ। ਪਰ ਆਉਂਦਾ ਆਉਂਦਾ ਨਾ ਪਹਿਲੋਂ ਭਾਈ ਬਿਧੀ ਚੰਦ ਜੀ ਦੇ ਨਾਲ ਮੇਲ ਹੋ ਗਿਆ। ਜਿਹੜਾ ਯੁੱਧ ਹੋਇਆ ਸੀ ਮਾਲਵੇ ਦੇ ਇਲਾਕੇ ਵਿੱਚ, ਨਥਾਣੇ ਦੇ ਲਾਗੇ, ਹੁਣ ਪਹਿੰਦੇ ਖਾਂ ਉਸ ਯੁੱਧ ਬਾਰੇ ਭਾਈ ਬਿਧੀ ਚੰਦ ਜੀ ਨੂੰ ਦੱਸਦਾ ਹੈ। ਪੁੱਛਦਾ ਉਹਦੇ ਪਾਸੋਂ ਕਿ ਭਾਈ ਬਿਧੀ ਚੰਦ ਜੀ, ਜਿਹੜਾ ਯੁੱਧ ਹੋਇਆ ਉਹਦੇ ਬਾਰੇ ਦੱਸੋ। ਅਤੇ ਭਾਈ ਬਿਧੀ ਚੰਦ ਜੀ ਨੇ ਸਤਿਗੁਰਾਂ ਦੀ ਮਹਿਮਾ ਕਰਦਿਆਂ ਹੋਇਆਂ, ਸਤਿਗੁਰਾਂ ਦੀ ਫੌਜ ਦੀ ਮਹਿਮਾ ਕਰਦਿਆਂ ਹੋਇਆਂ ਸਾਰਾ ਯੁੱਧ ਦਾ ਵਰਤਾਂਤ ਦਰਸਾਇਆ। ਪਹਿੰਦੇ ਖਾਂ ਸੋਚਣ ਵਾਸਤੇ ਮਜਬੂਰ ਹੋ ਗਿਆ ਅਤੇ ਮੂੰਹ ਵਿੱਚ ਉਂਗਲਾਂ ਪਾ ਕੇ ਭਾਈ ਬਿਧੀ ਚੰਦ ਜੀ ਨੂੰ ਕਹਿੰਦਾ ਹੈ ਕਿ ਬਿਧੀ ਚੰਦਾ, ਇਤਨਾ ਘਮਸਾਨ ਦਾ ਯੁੱਧ ਹੋਇਆ ਅਤੇ ਸਤਿਗੁਰਾਂ ਨੇ ਮੈਨੂੰ ਯਾਦ ਹੀ ਨਹੀਂ ਕੀਤਾ। ਮੈਂ ਸਤਿਗੁਰਾਂ ਦੇ ਪਾਸ ਪਲਿਆ ਅਤੇ ਮੈਨੂੰ ਵੀ ਸਤਿਗੁਰੂ ਜੀ ਯਾਦ ਕਰਦੇ ਅਤੇ ਮੈਂ ਵੀ ਇਸ ਯੁੱਧ ਦੇ ਵਿੱਚ ਅੱਗੇ ਹੋ ਕੇ ਲੜਨਾ ਕਰਦਾ। ਅਤੇ ਕਹਿੰਦਾ ਕਿ ਜੇ ਮੈਂ ਹੁੰਦਾ ਅਤੇ ਜਿਹੜਾ ਸਤਿਗੁਰਾਂ ਦਾ ਘੋੜਾ ਲੱਲਾ ਵੇਗ ਦੇ ਮਾਰ ਦਿੱਤਾ, ਉਹ ਮਰਨ ਨਹੀਂ ਸੀ ਦੇਣਾ, ਮਰਨ ਨਹੀਂ ਸੀ ਦੇਣਾ। ਇੱਦਾਂ ਇਹ ਨਾ ਉਸ ਯੁੱਧ ਵਿੱਚ ਸ਼ਾਮਲ ਹੋਣ 'ਤੇ ਪਛਤਾਵਾ ਜਿਹਾ ਕਰਦਾ। ਆਓ ਹੁਣ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ। ਤੀਰਨ ਸੋ ਬੇਦ ਦੁੱਧ ਘਨੇ, ਗਏ ਫੇਰ ਕਿਰਪਾਨਾ, ਸੰਘਾਰਤ ਹੀ ਕਰਤ ਮੈਂ ਗੁਰ ਅਗਰ ਮਦਾਨਾ, ਨਿਕਟ ਨ ਹੋਨੇ ਦੇ ਤੇਰੇ ਭਕਾਲਤ ਘਮਸਾਨਾ, ਕਿਉਂ ਜੇਠਾ ਹੈ ਮਰਤ ਰਨ ਕਿਆ ਕਰੋ ਬਖਾਨਾ। ਤੇ ਨਾਲ ਹੀ ਜਿੱਥੇ ਇਹਨੇ ਪਹਿੰਦੇ ਖਾਂ ਨੇ ਘੋੜੇ ਦੀ ਗੱਲ ਕੀਤੀ ਨਾ, ਉੱਥੇ ਹੀ ਕਹਿੰਦਾ ਕਿ ਭਾਈ ਬਿਧੀ ਚੰਦ ਜੀ, ਜੇ ਮੈਂ ਹੁੰਦਾ ਤੇ ਭਾਈ ਜੇਠਾ ਜੀ ਵੀ ਮਾਰੇ ਨਹੀਂ ਸੀ ਜਾ ਸਕਦੇ। ਹੰਕਾਰ ਬੋਲਦਾ ਪਹਿੰਦੇ ਖਾਂ ਦਾ ਹਾਲੇ ਵੀ। ਕਹਿੰਦਾ ਜੇ ਮੈਨੂੰ ਸਤਿਗੁਰੂ ਜੀ ਯਾਦ ਕਰ ਲੈਂਦੇ
ਨਾ ਤਾਂ ਸਤਿਗੁਰਾਂ ਦਾ ਘੋੜਾ ਮਾਰਿਆ ਜਾਣਾ ਸੀ ਤੇ ਨਾ ਭਾਈ ਜੇਠੇ ਨੂੰ ਕੋਈ ਮਾਰ ਸਕਦਾ ਸੀ। ਮੈਂ ਐਸੀ ਬਲਵਾਨਤਾ ਦਿਖਾਉਣੀ ਸੀ ਕਿ ਤੁਰਕਾਂ ਨੂੰ ਇੱਕ ਵੀ ਕਰਨ ਨਹੀਂ ਸੀ ਦੇਣੀ, ਤੁਰਕਾਂ ਦੇ ਮੂੰਹ ਮੋੜ ਦੇਣੇ ਸੀ। ਇਤਨੀ ਇਹ ਬਹਾਦਰੀ ਆਪਣੀ ਦਰਸਾਉਂਦਾ ਹੋਇਆ, ਆਪਣੀ ਬਲਵਾਨਤਾ ਤੇ ਮਾਣ ਕਰਦਾ ਹੋਇਆ ਕਹਿ ਰਿਹਾ ਕਿ ਜਿਹੜਾ ਸਮਾਂ ਵਿਹਾਜ ਜੈ ਉਹ ਕਦਾਚਿਤ ਵੀ ਕਿਸੇ ਦੇ ਹੱਥ ਨਹੀਂ ਆਉਂਦਾ। ਸਮਾਂ ਲੰਘ ਜਾਏ, ਬੀਤ ਜਾਏ, ਉਸ ਤੋਂ ਬਾਅਦ ਤੇ ਪਛਤਾਵਾ ਹੀ ਹੈ। ਜਿਹੜਾ ਸਮਾਂ ਵਿਹਾਜ ਗਿਆ ਉਹ ਕਦਾਚਿਤ ਹੱਥ ਨਹੀਂ ਆਉਂਦਾ। ਬਲ ਮੇਰੋ ਜਗ ਬਿਰਤ ਹੈ ਜੇ ਨਾਮ ਸੁਣਨ ਤੇ ਪੈਂਦੇ ਖਾਂ ਕਹਿੰਦੇ ਭਾਈ ਬਿਧੀ ਚੰਦ ਜੀ, ਤੁਹਾਨੂੰ ਪਤਾ ਹੈ ਸਾਰੇ ਸੰਸਾਰ ਵਿੱਚ ਮੇਰੀ ਬਲਵਾਨਤਾ ਪ੍ਰਸਿੱਧ ਹੈ ਕਿ ਬਈ ਸਤਿਗੁਰਾਂ ਦੇ ਪਾਸ ਪੈਂਦੇ ਖਾਂ ਖੁਰਾਕਾਂ ਖਾ ਕੇ ਪਲਿਆ, ਪਰ ਉਹ ਬੜਾ ਬਲਵਾਨ ਯੋਧਾ ਹੈ, ਕੋਈ ਵੀ ਉਹਦੇ ਸਾਹਮਣੇ ਅੜ ਨਹੀਂ ਸਕਦਾ। ਮੇਰੀ ਬਲਵਾਨਤਾ ਦੀ ਧਾਕ ਸਾਰੇ ਸੰਸਾਰ ਵਿੱਚ ਪਈ ਹੋਈ ਹੈ ਕਿ ਜਦੋਂ ਮੇਰਾ ਨਾਮ ਸੁਣਦਾ ਨਾ ਵੈਰੀ, ਤੇ ਪੈਂਦੇ ਖਾਂ ਦਾ ਨਾਂ ਸੁਣ ਕੇ ਤੇ ਦੌੜ ਜਾਂਦੇ ਹੈ, ਖਲੋਣ ਦੀ ਕਿਸੇ ਨੂੰ ਤੱਕ ਨਹੀਂ ਪੈਂਦੀ। ਭਾਜਤ ਸ਼ਤਰੂ ਬ੍ਰਿੰਦ ਤਿਤ ਨੈ ਠਹਿਰ ਸਕਨ ਤੇ, ਕਹਿੰਦਾ ਮੇਰਾ ਤੇ ਨਾਮ ਸੁਣ ਕੇ ਭੱਜ ਜਾਂਦੇ ਹੈ, ਕੋਈ ਖਲੋਂਦਾ ਨਹੀਂ। ਇਸ ਵਾਸਤੇ ਬਿਧੀ ਚੰਦਾ ਮੈਨੂੰ ਯਾਦ ਹੀ ਨਹੀਂ ਕੀਤਾ। ਮੈਨੂੰ ਯਾਦ ਤੇ ਕਰਦੇ ਇੱਕ ਵਾਰ, ਜਿਹੜਾ ਇਹ ਨੁਕਸਾਨ ਕੀਤਾ ਤੁਰਕਾਂ ਨੇ, ਇਹ ਕਦਾਚਿਤ ਮੈਂ ਹੋਰ ਨਹੀਂ ਸੀ ਦੇਣਾ। ਤੀਰਨ ਸੋ ਬੇਤ ਘਣੇ, ਕਿ ਤੀਰਾਂ ਦੇ ਨਾਲ ਮੈਂ ਉਹਨਾਂ ਨੂੰ ਵਿੰਨ ਦਿੰਦਾ, ਕਿਰਪਾਨਾਂ ਦੇ ਨਾਲ ਉਹਨਾਂ ਨੂੰ ਕੱਟ ਦਿੰਦਾ, ਕਿ ਮੈਂ ਮਾਰਦਾ ਹੀ ਮਾਰਦਾ ਸਤਿਗੁਰਾਂ ਦੇ ਸਾਹਮਣੇ ਤੁਰਕਾਂ ਦਾ ਮੈਦਾਨ ਖਾਲੀ ਕਰ ਦਿੰਦਾ, ਕਿ ਕੋਈ ਵੀ ਸਤਿਗੁਰਾਂ ਦੇ ਸਾਹਮਣੇ ਅੜਦਾ ਨਾ ਜੇ ਮੈਂ ਯੁੱਧ ਵਿੱਚ ਹੁੰਦਾ। ਘਮਸਾਨ ਦਾ ਯੁੱਧ ਕਰਦਾ ਕਿ ਸਤਿਗੁਰਾਂ ਦੇ ਅੱਗੇ ਮੈਦਾਨ ਨੂੰ ਖਾਲੀ ਕਰ ਦਿੰਦਾ, ਕਿ ਕਿਸੇ ਵੀ ਵੈਰੀ ਨੂੰ ਮੈਂ ਆਪਣੇ ਸਤਿਗੁਰਾਂ ਦੇ ਲਾਗੇ ਆਉਣ ਹੀ ਨਹੀਂ ਸੀ ਦੇਣਾ। ਸੰਘਾਰਤ ਹੀ ਕਰਤ ਮੈਂ ਗੁਰ ਅਗਰ ਮੈਦਾਨਾ, ਇਹਦਾ ਮਤਲਬ ਕਿ ਮੈਦਾਨ ਖਾਲੀ ਕਰ ਦਿੰਦਾ, ਐਸੀ ਤਲਵਾਰ ਵਾਹੁੰਦਾ। ਨਿਕਟ ਨਾ ਹੋਣੇ ਦੇ ਤੇਰੇ ਭਕਾਲਤ ਘਮਸਾਨਾ, ਕਿ ਐਸਾ ਘਮਸਾਨ ਦਾ ਯੁੱਧ ਕਰਨਾ ਸੀ, ਸਤਿਗੁਰਾਂ ਦੇ ਲਾਗੇ ਹੀ ਨਹੀਂ ਸੀ ਕਿਸੇ ਤੁਰਕ ਨੂੰ ਆਉਣ ਦਿੰਦਾ। ਲੱਲਾ ਬੇਗ ਵਰਗਿਆਂ ਦੀ ਜਾਂ ਕਾਬਲੀ ਵਰਗਿਆਂ ਦੀ ਕੀ ਜ਼ਰੂਰਤ ਸੀ ਕਿ ਸਤਿਗੁਰਾਂ ਦੇ ਲਾਗੇ ਆ ਜਾਂਦੇ। ਕਦਾਚਿਤ ਵੀ ਮੈਂ ਕਿਸੇ ਨੂੰ ਫਟਕਣ ਨਹੀਂ ਸੀ ਦੇਣਾ। ਕਿਉਂ ਜੇਠਾ ਹੈ ਮਰਤ ਰਨ ਕਿਆ ਕਰੋ ਬਖਾਨਾ, ਤੇ ਫਿਰ ਜੇ ਮੈਂ ਹੁੰਦਾ ਤੇ ਕਿਉਂ ਭਾਈ ਜੇਠਾ ਜੀ ਯੁੱਧ ਵਿੱਚ ਮਰਦੇ ਤੇ ਨਾ ਹੀ ਸਤਿਗੁਰਾਂ ਦਾ ਘੋੜਾ ਰਣ ਖੇਤਰ ਵਿੱਚ ਮਰਦਾ। ਇਹ ਵੀ ਨੁਕਸਾਨ ਮੈਂ ਕਦਾਚਿਤ ਹੋਰ ਨਹੀਂ ਸੀ ਦੇਣਾ। ਹੁਣ ਪੈਂਦੇ ਖਾਂ ਭਾਈ ਬਿਧੀ ਚੰਦ ਜੀ ਤੋਂ ਸਾਰਾ ਸੁਣ ਕੇ ਨਾ ਹਾਲ, ਜਿੱਥੇ ਹੁਣ ਮਨ ਦੇ ਵਿੱਚ ਪਛਤਾਵਾ ਸੀ, ਉੱਥੇ ਆਪਣੀ ਬਲਵਾਨਤਾ ਦੀ ਗੱਲ ਕਰਨ ਲੱਗ ਗਿਆ। ਤੇ ਭਾਈ ਬਿਧੀ ਚੰਦ ਜੀ ਸੁਣੀ ਜਾਂਦੇ ਆ ਚੁੱਪ ਕਰਕੇ। ਵਿਦਿਆ ਸੁਣ ਕੇ ਕਹਿਤ ਪਾ ਕੇ ਜਿਮਹਿ ਤੈਸੀ, ਪਰ ਗੁਰ ਕੀ ਮਰਜੀ ਕਹਾਂ ਲਖ ਸਕੇ ਨ ਕੈਸੇ। ਤੇ ਬਿਧੀ ਚੰਦ ਚੁੱਪ ਕਰਕੇ ਸੁਣਦਾ ਗਿਆ। ਜਦੋਂ ਹੁਣ ਸਾਰੀਆਂ ਗੱਲਾਂ ਇਹਨੇ ਆਪਣੀ ਹੰਕਾਰ ਵਾਲੀਆਂ ਕਰ ਲਈਆਂ ਨਾ ਪੈਂਦੇ ਖਾਣੇ, ਤੇ ਭਾਈ ਬਿਧੀ ਚੰਦ ਜੀ ਕਹਿੰਦਾ ਬਿਧੀ ਚੰਦਾ, ਜੋ ਸਤਿਗੁਰਾਂ ਦਾ ਹੁਕਮ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਕਦਾਚਿਤ ਵੀ ਉਹਨਾਂ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁੱਲ ਸਕਦਾ। ਕਦਾਚਿਤ ਵੀ ਉਹਨਾਂ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁੱਲ ਸਕਦਾ, ਕਿ ਸਤਿਗੁਰਾਂ ਦੀ ਮਰਜ਼ੀ ਤੋਂ ਬਗੈਰ ਕੌਣ ਤੈਨੂੰ ਸੱਦ ਸਕਦਾ ਸੀ। ਜੇ ਸਤਿਗੁਰੂ ਜੀ ਮਹਾਰਾਜ ਚਾਹੁੰਦੇ ਤੇ ਤਾਂ ਹੀ ਤੈਨੂੰ ਬੁਲਾਉਂਦੇ ਨਾ। ਹੋ ਸਕਦਾ ਸਤਿਗੁਰਾਂ ਨੇ ਤੇਰੀ ਲੋੜ ਹੀ ਨਾ ਸਮਝੀ ਹੋਵੇ, ਸਤਿਗੁਰਾਂ ਨੇ ਤੇਰੀ ਲੋੜ ਹੀ ਨਾ ਸਮਝੀ ਹੋਵੇ। ਹੁਣ ਇੱਦਾਂ ਜਦੋਂ ਭਾਈ ਬਿਧੀ ਚੰਦ ਜੀ ਨੇ ਕਿਹਾ ਨਾ, ਪੈਂਦੇ ਖਾਂ ਚੁੱਪ ਹੋ ਗਿਆ। ਜਿਹੜਾ ਵੀ ਮਿਲਿਆ ਬੰਦਾ ਉਹਦੇ ਨਾਲ ਹੀ ਇਹੀ ਵਾਰਤਾਲਾਪ ਕਰਦਾ, ਆਪਣੀ ਬਲਵਾਨਤਾ ਦੇ ਗੁਣਗਾਨ ਕਰਦਾ, ਆਪਣੀ ਸ਼ੋਭਾ ਆਪ ਕਰਦਾ। ਕਿਉਂਕਿ ਜਦੋਂ ਬੰਦਾ ਆਪਣੀ ਸ਼ੋਭਾ ਆਪ ਹੀ ਕਰਨ ਲੱਗ ਜਾਏ ਨਾ, ਇੱਦਾਂ ਕਹਿ ਲਓ ਕਿ ਫਿਰ ਉਹ ਹੰਕਾਰ ਦੇ ਪੂਰੇ ਤੇ ਚੜ੍ਹਿਆ ਹੋਇਆ, ਤੇ ਬਹੁਤਾ ਸਮਾਂ ਫਿਰ
ਗੱਲ ਚੱਲੇਗੀ ਨਹੀਂ ਚੱਲੇਗੀ। ਮੈਂ ਦੇਖਾ ਹੁਣ ਹਰ ਇੱਕ ਦੇ ਸਾਹਮਣੇ ਆਪਣੀ ਗੱਲ ਕਰਦਾ, ਆਪਣੀ ਬਲਵਾਨਤਾ ਦੀ ਗੱਲ ਕਰਦਾ। ਹੁਣ ਜਾਤੀ ਮਲਕ ਜਿਹੜੇ ਕਿ ਬੜੇ ਪੁਰਾਣੇ ਸੂਰਮੇ ਹੈ, ਬਲਵਾਨ ਸੂਰਮਾ ਹੈ, ਬ੍ਰਾਹਮਣਾਂ ਦਾ ਮੁੰਡਾ ਹੈ, ਜਿਹਨੇ ਕਿ ਛਾਤੀ ਡਾਹ ਕਰਕੇ ਇਸ ਯੁੱਧ ਦੇ ਵਿੱਚ ਲੜਨਾ ਕੀਤਾ। ਜਾਤੀ ਮਲਕ ਕਿ ਉਹਦੇ ਲਾਗੇ ਚਲਿਆ ਗਿਆ ਪੈਂਦੇ ਖਾਂ, ਤੇ ਜਾਤੀ ਮਲਕ ਨੂੰ ਵੀ ਇਹਦੇ ਸਰੀਰ ਦਾ ਹਾਲ ਚਾਲ ਪੁੱਛਣ ਲੱਗ ਗਿਆ। ਕਹਿਣ ਲੱਗਾ, ਜਾਤੀ ਮਲਕ ਜੀ, ਤੁਸੀਂ ਵੀ ਯੁੱਧ ਵਿੱਚ ਸੀ, ਫਿਰ ਸੁੱਖੀ ਸਾਂਦੀ ਰਹੇ ਹੋ? ਮੈਂ ਸੁਣਿਆ ਕਿ ਬੜੀ ਵੱਡੀ ਫੌਜ ਟਿੱਡੀ ਦਲ ਤੁਹਾਡੇ ਉੱਤੇ ਆ ਕੇ ਬੁੜਕਿਆ ਸੀ, ਕੋਈ ਸਰੀਰ ਤੇ ਜ਼ਖਮ ਤੇ ਨਹੀਂ ਲੱਗੇ? ਜਾਤੀ ਮਲਕ ਨੇ ਕਿਹਾ, ਪੈਂਦੇ ਖਾਂ, ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਠੀਕ ਠਾਕ ਹੈ। ਜੋ ਸਤਿਗੁਰਾਂ ਨੇ ਹੁਕਮ ਕੀਤਾ ਉਸੇ ਤਰ੍ਹਾਂ ਹੀ ਹੋ ਗਿਆ। ਜੋ ਉਹਨੇ ਹੁਕਮ ਕੀਤਾ ਉਹਨਾਂ ਨੇ ਉਹ ਹੋ ਗਿਆ। ਉਹਨਾਂ ਦੇ ਹੁਕਮ ਦੇ ਅੰਦਰ ਕੋਈ ਵੀ ਕਿਸੇ ਨੂੰ ਮਾਰ ਨਹੀਂ ਸਕਦਾ, ਕੋਈ ਨਹੀਂ ਮਾਰ ਸਕਦਾ। ਖਾਨ ਪਾਨ ਕਰ ਜਥਾ ਸੁਖ ਸਭ ਨਿਸਬਸ ਰਾਮੇ, ਆਨੰਦ ਕਰਤ ਘਰ ਘਰ ਵਿਖੇ ਲੈ ਸਤਿਗੁਰ ਨਾਮੇ। ਕਿ ਪ੍ਰਸ਼ਾਦਾ ਪਾਣੀ ਛਕ ਕੇ ਨਾ ਸਾਰੇ ਆਰਾਮ ਕਰਨ ਲੱਗੇ ਹੈ। ਤੇ ਇੱਦਾਂ ਕਹਿ ਲਓ ਕਿ ਸਤਿਗੁਰਾਂ ਨੇ ਸਾਰਿਆਂ ਨੂੰ ਵਿਦਾਇਗੀ ਦੇਣਾ ਕੀਤੀ। ਗੁਰੂ ਕੀਆਂ ਸਿੱਖ ਸੰਗਤਾਂ ਨੂੰ ਜਿਤਨੇ ਵੀ ਦਰਸ਼ਨਦਾਰੇ ਕਰਨ ਵਾਸਤੇ ਆਏ ਸੀ, ਮਿਲਣ ਗਿਲਣ ਵਾਸਤੇ ਆਏ ਸੀ, ਸਾਰਿਆਂ ਨੂੰ ਘਰੋਂ ਘਰੀ ਭੇਜਣਾ ਕੀਤਾ। ਤੇ ਘਰ ਘਰ ਦੇ ਵਿੱਚ ਹੁਣ ਸਤਿਗੁਰੂ ਜੀ ਮਹਾਰਾਜ ਦਾ ਨਾਮ ਲੈ ਕੇ ਤੇ ਸੰਗਤਾਂ ਪ੍ਰਸੰਨ ਹੁੰਦੀਆਂ। ਕਰਤਾਰਪੁਰ ਦੇ ਵਿੱਚ ਘਰ ਘਰ ਦੇ ਵਿੱਚ ਸਤਿਗੁਰਾਂ ਦੀ ਸ਼ੋਭਾ ਹੁੰਦੀ ਹੈ, ਉਸਤਤ ਕਰਦੇ ਹੈ। ਕਹਿੰਦੇ ਵੀ ਕਮਾਲ ਕਰ ਦਿੱਤੀ ਸਤਿਗੁਰਾਂ ਨੇ ਕਿ ਇੱਕ ਪਾਸੇ 35,000 ਫੌਜ ਤੇ ਇੱਕ ਪਾਸੇ 4,000 ਫੌਜ, ਕਿਤਨਾ ਵੱਡਾ ਫਰਕ। ਤੇ ਸਤਿਗੁਰਾਂ ਨੇ ਛੱਕੇ ਛਡਾ ਦਿੱਤੇ। ਸ਼ੋਭਾ ਹੁੰਦੀ ਹੈ, ਘਰ ਘਰ ਦੇ ਵਿੱਚ ਆਨੰਦ ਲੈਂਦੇ ਹੈ। ਹੁਣ ਜਦ ਪਹਿਰ ਰਾਤ ਰਹਿੰਦੀ ਤੇ ਸਤਿਗੁਰੂ ਜੀ ਮਹਾਰਾਜ ਜਾਗੇ ਹੈ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਸੰਭਾਲਣਾ ਕੀਤਾ। ਸਤਿਗੁਰਾਂ ਨੇ ਇਸ਼ਨਾਨ ਕੀਤੇ ਹੈ, ਚੌਂਕੜੇ ਲਗਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹਨ। ਆਸਾ ਵਾਰ ਸੋ ਰਾਗ ਧੁਨ ਗਾਵਤ ਸੁਣੀ ਅੰਤੇ, ਜਹਾਂ ਕਹਾਂ ਗੁਰ ਗਿਰਾ ਸਿੱਖ ਧਰ ਪ੍ਰੇਮ ਪਠੰਤੇ। ਉਸ ਤੋਂ ਬਾਅਦ ਰਬਾਬੀ ਆਉਂਦੇ ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰਦੇ ਹੈ। ਤੇ ਸਤਿਗੁਰੂ ਜੀ ਮਹਾਰਾਜ ਚੌਂਕੜੇ ਲਗਾ ਕੇ ਬੈਠੇ ਹੈ। ਤੇ ਗੁਰੂ ਕੀਆਂ ਸਿੱਖ ਸੰਗਤਾਂ ਫਿਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੀਆਂ, ਨਮਸਕਾਰਾਂ ਕਰਦੀਆਂ ਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੀਆਂ। ਰਬਾਬੀ ਬੜੇ ਸੁੰਦਰ ਰਾਗਾਂ ਵਿੱਚ ਫਿਰ ਜਿਹੜਾ ਆਨੰਦ ਸੀ ਨਾ, ਰਾਗਾਂ ਦੇ ਵਿੱਚ ਬੜੇ ਆਨੰਦ ਦੇ ਨਾਲ ਰਬਾਬੀ ਜਿਹੜੇ ਕੀਰਤਨ ਕਰਦੇ ਹੈ ਤੇ ਗੁਰੂ ਕੀਆਂ ਸਿੱਖ ਸੰਗਤਾਂ ਬੜੇ ਆਨੰਦ ਦੇ ਨਾਲ ਸਰਵਣ ਕਰਦੀਆਂ ਤੇ ਸੁਖ ਦੀ ਦਾਤ ਲੈਣਾ ਕਰਦੀਆਂ ਹਨ। ਬਰਖਾ ਸੁਦਾ ਆਨੰਦ ਹੈ ਧੁਨ ਸ੍ਰੀ ਗੁਰਬਾਣੀ, ਉਠੇ ਆਨੰਦ ਸੁਨਤ ਸਭ ਸਤਨਾਮ ਬਖਾਨੀ। ਇੱਦਾਂ ਕਹਿ ਲਓ ਕਿ ਕਰਤਾਰਪੁਰ ਦੇ ਵਿੱਚ ਗੁਰਬਾਣੀ ਦੀ ਵਰਸ਼ਾ ਹੋ ਰਹੀ ਹੈ, ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਤੇ ਭਾਗਾਂ ਵਾਲੇ ਸਤ ਸੰਗਤ ਵਿੱਚ ਬੈਠ ਕਰਕੇ ਇਸ ਨਾਮ ਰੂਪੀ ਅੰਮ੍ਰਿਤ ਨੂੰ ਛਕ ਰਹੇ ਹੈ, ਨਾਮ ਰੂਪੀ ਅੰਮ੍ਰਿਤ ਨੂੰ ਛਕ ਰਹੇ ਹੈ। ਉੱਠੇ ਆਨੰਦ ਸੁਨਤ ਸਭ ਸਤਨਾਮ ਬਖਾਨੀ, ਕਿ ਸਾਰੇ ਸੁਣ ਸੁਣ ਕੇ ਆਨੰਦਮਈ ਹੁੰਦੇ ਹੈ। ਤੇ ਜਿਵੇਂ ਜਿਵੇਂ ਸਰਵਣ ਕਰਕੇ ਆਪੋ ਆਪਣੇ ਘਰਾਂ ਨੂੰ ਜਾਂਦੇ ਹੈ, ਹਰ ਇੱਕ ਦੇ ਮੁਖ ਦੇ ਉੱਤੇ ਸਤਨਾਮ ਸਤਨਾਮ ਦਾ ਸਿਮਰਨ ਹੈ। ਹਰ ਇੱਕ ਦੇ ਮੁਖ ਤੇ ਸਤਨਾਮ ਦਾ ਸਿਮਰਨ ਹੈ। ਇੱਦਾਂ ਕਹਿ ਲਓ ਕਿ ਕਰਤਾਰਪੁਰ ਦੀਆਂ ਸਿੱਖ ਸੰਗਤਾਂ ਬੜੇ ਆਨੰਦ ਮੰਗਲ ਲੈਂਦੀਆਂ, ਸਤਿਗੁਰਾਂ ਦੇ ਚਰਨਾਂ ਵਿੱਚ ਵੱਡੀ ਖੁਸ਼ੀ ਪ੍ਰਾਪਤ ਕਰਦੀਆਂ। ਭੱਟ ਅਤੇ ਨਕੀਬ ਸਤਿਗੁਰਾਂ ਦੇ ਪਾਸ ਆ ਕੇ ਤੇ ਜਸ ਉਚਾਰਨ ਕਰਦੇ ਹੈ। ਆਪੋ ਆਪਣੀ ਮਤ ਅਨੁਸਾਰ ਕਵਿਤਾਵਾਂ ਬਣਾ ਕੇ ਤੇ ਸੁਣਾਉਂਦੇ ਹੈ। ਤੇ ਸਤਿਗੁਰੂ ਜੀ ਮਹਾਰਾਜ ਬੜੇ ਖੁਸ਼ ਹੁੰਦੇ ਹੈ, ਪ੍ਰਸੰਨ ਹੁੰਦੇ ਹੈ ਤੇ ਇਹਨਾਂ ਦਾ ਮਾਣ ਸਨਮਾਨ ਕਰਦੇ ਹੈ। ਇਹ ਆਪੋ ਆਪਣੀ ਮਤ ਅਨੁਸਾਰ
ਸਤਿਗੁਰਾਂ ਦੀ ਸ਼ੋਭਾ ਕਰਦੇ ਹੈ ਤੇ ਸਤਿਗੁਰੂ ਜੀ ਵੀ ਇਹਨਾਂ ਦਾ ਸਤਿਕਾਰ ਕਰਦੇ ਹਨ। ਪਾਤਸ਼ਾਹੋ ਸਾਚਾ ਜਗਤ ਹੋਏ ਅੰਤ ਸਹਾਈ, ਸੋਢੀ ਬੰਸ ਸਮੁੰਦਰ ਮੈਂ ਬਿਦਤ ਨਿਸਰਾਈ। ਦੇਗ ਤੇਗ ਪੂਰੋ ਤਣੀ ਬੜਾ ਡੀਲ ਬਸਾਲਾ, ਫਤਿਹ ਕਰਤੇ ਅਨਗਣ ਰਿਪਨ ਰਨ ਕਰਮ ਕਰਾਲਾ। ਤੇ ਜਸ ਕਰਦੇ ਹੋਏ ਸਾਰੇ ਕਹਿੰਦੇ ਆ ਬਈ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਸਹਾਇਕ ਬਣਦੇ ਆ, ਕਿਉਂਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ, ਜਿੱਥੇ ਇਹਨਾਂ ਨੂੰ ਸੱਚੇ ਪਾਤਸ਼ਾਹ ਸੰਗਤਾਂ ਕਹਿੰਦੀਆਂ ਨਾ, ਉੱਥੇ ਸੋਹਣਿਆਂ ਦਾ ਸੁਲਤਾਨ ਵੀ ਕਹਿੰਦੇ ਆ, ਕਿਉਂਕਿ ਜਿੱਥੇ ਬਲਵਾਨਤਾ ਸੀ ਨਾ ਗੁਰੂ ਰੂਪ ਸਾਧ ਸੰਗਤ ਜੀ, ਉੱਥੇ ਬਹੁਤਾ ਵੱਡਾ ਸੁਹੱਪਣ ਸੀ। ਅੱਜ ਤੱਕ ਨਾ ਕੋਈ ਹੋਇਆ ਤੇ ਨਾ ਹੀ ਹੋਏਗਾ। ਸਤਿਗੁਰਾਂ ਦੇ ਸੁਹੱਪਣ ਦੀ ਕੋਈ ਵੀ ਬਰਾਬਰਤਾ ਨਹੀਂ ਕਰ ਸਕਦਾ। ਹੁਣ ਸਾਰੇ ਜਿਤਨੇ ਵੀ ਹੈਗੇ ਕਹਿੰਦੇ ਬਈ ਸੱਚੇ ਪਾਤਸ਼ਾਹ ਅੰਤ ਸਮੇਂ ਸਾਰਿਆਂ ਦੇ ਸਹਾਈ ਹੁੰਦੇ ਐ। ਸੋਢੀ ਵੰਸ਼ ਦੇ ਸਮੁੰਦਰ ਜਿਹੜੇ ਕਿ ਚੰਦਰਮਾ ਵਾਂਗ ਪ੍ਰਗਟ ਨੇ, ਸਾਰਿਆਂ ਦੇ ਵਿੱਚ ਬੈਠੇ ਹੋਏ ਵੱਡੀ ਸ਼ੋਭਾ ਪਾ ਰਹੇ ਹੈ, ਵੱਡੀ ਸ਼ੋਭਾ ਪਾ ਰਹੇ ਹੈ। ਜੋ ਕੁਛ ਵੀ ਕੋਈ ਆ ਕੇ ਮੰਗਦਾ ਹੈ ਉਹਦੀ ਝੋਲੀ ਵਿੱਚ ਦਾਤ ਪਾ ਕੇ ਤੇ ਨਿਹਾਲ ਕਰਦੇ ਹੈ, ਰਹਿਮਤਾਂ ਵਰਤਾਉਂਦੇ ਹੈ। ਤੇ ਨਾਲ ਹੀ ਸਤਿਗੁਰੂ ਜੀ ਮਹਾਰਾਜ ਦੀ ਇਹ ਯੁੱਧ ਵਾਲੀ ਗੱਲ ਦੁਬਾਰੇ ਦੁਹਰਾਉਣਾ ਕਰਦੇ ਹੈ। ਫਤਿਹ ਕਰਤੇ ਅਨਗਣ ਰਿਪਨ ਰਨ ਕਰਮ ਕਰਾਲਾ, ਕਿ ਜੇ ਰਣ ਖੇਤਰ ਹੋਵੇ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਆਪਣੀ ਬਲਵਾਨਤਾ ਦੇ ਨਾਲ ਘਮਸਾਨ ਦਾ ਯੁੱਧ ਕਰਦੇ ਐ। ਅਣਗਿਣਤ ਵੈਰੀਆਂ ਦੇ ਛੱਕੇ ਛਟਾ ਕੇ ਤੇ ਉਹਨਾਂ ਤੇ ਫਤਿਹ ਪਾਉਂਦੇ ਐ। ਦੇਖੋ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮਾਲਵੇ ਦੇ ਇਲਾਕੇ ਵਿੱਚ ਗਏ ਤੇ ਫਿਰ ਸ਼ਾਹਜਹਾਨ ਬਾਦਸ਼ਾਹ ਨੇ ਲਾਹੌਰ ਤੋਂ 35,000 ਫੌਜ ਚੜ੍ਹਾ ਕੇ ਭੇਜੀ। ਭਾਵੇਂ ਕਿ ਰਾਤ ਦੇ ਸਮੇਂ ਧੋਖੇ ਦੇ ਨਾਲ ਇਹਨਾਂ ਨੇ ਆ ਕੇ ਹਮਲਾ ਕੀਤਾ ਸਤਿਗੁਰਾਂ ਤੇ, ਪਰ ਸਤਿਗੁਰਾਂ ਦੇ ਪਾਸ 4,000 ਫੌਜ ਸੀ ਰਾਏ ਜੋਧ ਸਮੇਤ। ਸਤਿਗੁਰਾਂ ਨੇ ਐਸੇ ਕੌਤਕ ਵਰਤਾਏ ਕਿ ਤੁਰਕ ਜਿਹੜੇ ਹੈ ਨਾ ਆਪਸ ਵਿੱਚ ਹੀ ਲੜ ਕੇ ਮਰ ਗਏ, ਇੱਕ ਦੂਸਰੇ ਦੀ ਪਛਾਣ ਹੀ ਨਹੀਂ ਆਈ। ਪਿਓ ਨੇ ਪੁੱਤ ਮਾਰ ਦਿੱਤਾ, ਪੁੱਤ ਨੇ ਪਿਓ ਮਾਰ ਦਿੱਤਾ, ਚਾਚੇ ਨੇ ਭਤੀਜਾ ਮਾਰ ਦਿੱਤਾ, ਭਤੀਜੇ ਨੇ ਚਾਚਾ ਮਾਰ ਦਿੱਤਾ, ਦੋਸਤ ਨੇ ਦੋਸਤ ਨੂੰ ਮਾਰਨਾ ਕੀਤਾ। ਐਸਾ ਕੌਤਕ ਵਰਤਾਇਆ ਕਿ ਇਤਿਹਾਸ ਦਰਸਾਉਂਦਾ ਕਿ 12 ਵਜੇ ਦੇ ਲਾਗੇ ਚਾਗੇ ਇਹ ਨਥਾਣੇ ਦੇ ਲਾਗੇ ਯੁੱਧ ਸ਼ੁਰੂ ਹੋਇਆ। ਦਿਨ ਚੜ੍ਹਦਿਆਂ ਤੱਕ 25,000 ਫੌਜ ਇੱਦਾਂ ਹੀ ਮਰ ਗਈ, ਆਪਸ ਵਿੱਚ ਹੀ ਕਟਾ ਵੱਢੀ ਕਰ ਲਈ। ਕੈਸਾ ਕੌਤਕ ਵਰਤਾਇਆ ਸਤਿਗੁਰਾਂ ਨੇ। ਇਹ ਸ਼ੋਭਾ ਕਰਦੀਆਂ ਸੰਗਤਾਂ, ਜਿੱਥੇ ਗੁਰਬਾਣੀ ਦਾ ਆਨੰਦ ਲੈਂਦੀਆਂ ਉੱਥੇ ਸਤਿਗੁਰਾਂ ਦੇ ਰਣ ਖੇਤਰ ਦੀ ਸ਼ੋਭਾ ਕਰਦੀਆਂ ਹਨ। ਪੀਰੀ ਅਰ ਮੀਰੀ ਮਹਾਂ ਦੋਨੋਂ ਨਿਤ ਧਾਰੀ, ਧਰਤਾ ਦੋਨੋਂ ਖੜਗ ਕੋ ਦੋਨੋਂ ਭੁਜ ਭਾਰੀ। ਕਿ ਸਦਾ ਹੀ ਸਤਿਗੁਰੂ ਜੀ ਮਹਾਰਾਜ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਹੈ, ਕਿ ਹਰ ਇੱਕ ਗਰੀਬ ਦੀ ਸਹਾਇਤਾ ਕਰਨ ਵਾਲੇ ਹੈ, ਹਰ ਇੱਕ ਨੂੰ ਬਾਂਹ ਤੋਂ ਫੜ ਕੇ ਗੱਲ ਨਾਲ ਲਾਉਣ ਵਾਲੇ ਹੈ। ਕਿਤਨੇ ਗਰੀਬਾਂ ਦੇ ਬੱਚੇ ਆਪਣੀ ਫੌਜ ਵਿੱਚ ਭਰਤੀ ਕਰ ਲਏ, ਚੰਗੇ ਸ਼ਸਤਰ ਬਸਤਰ, ਚੰਗੇ ਘੋੜੇ ਤੇ ਵਧੀਆ ਖੁਰਾਕਾਂ ਨੌਜਵਾਨ ਗੱਭਰੂ ਮੁੰਡਿਆਂ ਨੂੰ ਖਵਾ ਕੇ ਤੇ ਬਲਵਾਨ ਯੋਧੇ ਬਣਾਉਣਾ ਕੀਤਾ। ਤੇ ਜਦੋਂ ਬਈ ਸਤਿਗੁਰਾਂ ਦੇ ਪਿੱਛੇ ਘੋੜਿਆਂ ਤੇ ਸਵਾਰ ਹੋ ਕੇ ਚੱਲਦੇ ਐ ਤੇ ਸਤਿਗੁਰਾਂ ਦੀ ਸ਼ੋਭਾ ਆਪਣੇ ਆਪ ਵਿੱਚ ਇੱਕ ਮਿਸਾਲ ਕਾਇਮ ਕਰਦੀ ਹੈ ਕਿ ਸਤਿਗੁਰਾਂ ਦੀ ਇਸ ਸ਼ੋਭਾ ਦੀ ਵੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਕਿਉਂਕਿ ਜਿਤਨੇ ਵੀ ਇਹ ਮਾਝੇ ਤੇ ਦੁਆਬੇ ਦੇ 400-500 ਮੁੰਡਾ ਭਰਤੀ ਹੋਇਆ ਨਾ ਪਹਿਲੀ ਵਾਰ ਜਾ ਕੇ ਸਤਿਗੁਰਾਂ ਦੀ ਫੌਜ ਵਿੱਚ, ਇਤਿਹਾਸਕਾਰ ਦਰਸਾਉਂਦਾ ਹੈ ਕਿ 20 ਤੋਂ 25 ਸਾਲ ਤੱਕ ਦੀ ਉਮਰ ਸੀ ਇਹਨਾਂ ਸਾਰੇ ਨੌਜਵਾਨ ਮੁੰਡਿਆਂ ਦੀ। ਪਰ ਗਰੀਬ ਘਰਾਂ ਦੇ ਬੱਚੇ ਸੀ ਕਿ ਨਾ ਤੇ ਕੁਛ ਛਕਣ ਛਕਾਉਣ ਵਾਸਤੇ ਸੀ ਲਾਗੇ ਤੇ ਨਾ ਸਰੀਰ ਤੇ ਪਹਿਨਣ ਵਾਸਤੇ ਸੀ। ਫਟੇ ਪੁਰਾਣੇ ਕੱਪੜੇ ਪਹਿਨੇ ਹੋਏ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਗਏ, ਨਮਸਕਾਰ ਕਰਕੇ ਤੇ ਪਿੱਛੇ ਜਾ ਕੇ ਖਲੋ ਗਏ। ਸਤਿਗੁਰਾਂ ਨੇ ਦੇਖਿਆ
ਤੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਬਿਧੀ ਚੰਦਾ ਇਹ ਕੌਣ ਹੈ ਜਿਹੜੇ ਕਿ ਵਿਚਾਰੇ ਪਿੱਛੇ ਜਾ ਕੇ ਖਲੋ ਗਏ ਹੈ, ਪੁੱਛੋ ਇਹਨਾਂ ਨੂੰ ਕੀ ਕਾਰਜ ਵਾਸਤੇ ਆਏ ਹੈ। ਤੇ ਭਾਈ ਬਿਧੀ ਚੰਦ ਜੀ ਨੇ ਜਾ ਕੇ ਜਦੋਂ ਪੁੱਛਿਆ ਤੇ ਇਹਨਾਂ ਬੱਚਿਆਂ ਨੇ ਭਾਈ ਬਿਧੀ ਚੰਦ ਜੀ ਨੂੰ ਦੱਸਣਾ ਕੀਤਾ ਕਿ ਅਸੀਂ ਸਤਿਗੁਰਾਂ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਆਏ ਹਾਂ, ਕੀ ਸਾਨੂੰ ਰੱਖ ਲਿਆ ਜਾਏਗਾ? ਕਿਉਂਕਿ ਵਕਤ ਦੀ ਜਿਹੜੀ ਹਕੂਮਤ ਸੀ ਗਰੀਬਾਂ ਨੂੰ ਦੁਰਕਾਰਦੀ ਸੀ, ਸ਼ੂਦਰ ਕਹਿ ਕੇ ਧੱਕੇ ਮਾਰਦੀ ਸੀ, ਕਦਾਚਿਤ ਵੀ ਰੱਖਿਆ ਨਹੀਂ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿਹੜੇ ਭਰਤੀ ਹੋਣ ਵਾਸਤੇ ਆਏ ਬਿਧੀ ਚੰਦਾ, ਨਾਉ ਪਤਾ ਲਿਖੋ ਇਹਨਾਂ ਦਾ ਤੇ ਭਰਤੀ ਕਰੋ। ਚੰਗੇ ਵਸਤਰ ਦਿਓ ਪਹਿਨਣ ਵਾਸਤੇ, ਚੰਗੇ ਘੋੜੇ, ਚੰਗੇ ਸ਼ਸਤਰ ਤੇ ਵਧੀਆ ਖੁਰਾਕਾਂ ਇਹਨਾਂ ਨੂੰ ਖਵਾਉਣੀਆਂ। ਤੇ ਸਤਿਗੁਰੂ ਜੀ ਮਹਾਰਾਜ ਦਾ ਹੁਕਮ ਮੰਨ ਕੇ ਸਤਿਗੁਰਾਂ ਦੇ ਪਹਿਲ ਦਰਜੇ ਦੇ ਗੁਰਸਿੱਖਾਂ ਨੇ ਫਿਰ ਇਸ ਫੌਜ ਨੂੰ ਤਿਆਰ ਬਰ ਤਿਆਰ ਕਰਨਾ ਕੀਤਾ। ਜੋ ਜੋ ਸਤਿਗੁਰਾਂ ਦਾ ਹੁਕਮ ਸੀ ਨਾ ਉਹਦੇ ਅਨੁਸਾਰ ਇਹ ਜਦੋਂ ਫਿਰ ਇਹ ਸਤਿਗੁਰਾਂ ਦੇ ਪਿੱਛੇ ਚੱਲਦੇ ਹੈ, ਬੜੀ ਸ਼ੋਭਾ ਪਾਉਂਦੇ ਹੈ, ਬੜੀ ਮਹਾਨਤਾ ਗੁਰੂ ਦਰਬਾਰ ਦੀ ਵਰਣਨਾ ਕੀਤੀ ਹੈ। ਸਤਿਗੁਰ ਪਿਤ ਕੋ ਰਿਪ ਮਹਾ ਚੰਦੂ ਗਏ ਮਾਰਾ, ਅਬਦੁਲ ਖਾਨ ਸੁਤ ਸਖਾ ਜੁੱਤ ਕਰ ਜੰਗ ਪ੍ਰਹਾਰਾ। ਕਿ ਸਾਰੀਆਂ ਸੰਗਤਾਂ ਕਹਿੰਦੀਆਂ ਬਈ ਸਤਿਗੁਰਾਂ ਦੇ ਪਿਤਾ ਦਾ ਜਿਹੜਾ ਦੁਸ਼ਮਣ ਸੀ ਨਾ ਦੀਵਾਨ ਚੰਦੂ, ਸਭ ਤੋਂ ਪਹਿਲੋਂ ਸਤਿਗੁਰਾਂ ਨੇ ਉਹਨੂੰ ਪਕੜ ਕਰਕੇ ਮਾਰਨਾ ਕੀਤਾ, ਕਮੌਤ ਕਰਕੇ ਉਹਨੂੰ ਨਰਕਾਂ ਵਿੱਚ ਪਾ ਦਿੱਤਾ। ਅਬਦੁਲ ਖਾਨ ਸੁਤ ਸਖਾ ਜੁੱਤ ਕਰ ਜੰਗ ਪ੍ਰਹਾਰਾ। ਤੇ ਜੇ ਉਸ ਤੋਂ ਬਾਅਦ ਅਬਦੁਲ ਖਾਨ ਬੜਾ ਹੰਕਾਰਿਆ ਹੋਇਆ ਰਾਤ ਦੇ ਸਮੇਂ 7000 ਫੌਜ ਲੈ ਕੇ ਆਇਆ ਕਿ ਸਤਿਗੁਰੂ ਜੀ ਮਹਾਰਾਜ ਘਰ ਵਿੱਚ ਆਪਣੀ ਧੀ ਬੀਬੀ ਵੀਰੋ ਜੀ ਦੀ ਸ਼ਾਦੀ ਰਚੀ ਹੋਈ ਸੀ, ਪਰ ਇਹਨੇ ਰਾਤ ਦੇ ਸਮੇਂ ਆ ਕੇ ਹੱਲਾ ਬੋਲ ਦਿੱਤਾ। ਤੇ ਭਾਈ ਸਤਿਗੁਰਾਂ ਨੇ ਫਿਰ 7000 ਫੌਜ ਸਮੇਤ ਇਸ ਅਬਦੁਲ ਖਾਨ ਨੂੰ ਵੀ ਮਾਰਨਾ ਕੀਤਾ, ਮੁੜ ਕੇ ਲਾਹੌਰ ਨਹੀਂ ਗਿਆ। ਜਿਹੜੇ ਕੋਈ 100-200 ਬਚੇ ਉਹਨਾਂ ਨੇ ਭੱਜ ਕੇ ਜਾਨਾਂ ਬਚਾਈਆਂ, ਜਾਂ ਕਈਆਂ ਨੇ ਹਥਿਆਰ ਸੁੱਟ ਕੇ ਹੱਥ ਜੋੜ ਕੇ ਤੇ ਪ੍ਰਾਣਾਂ ਦੀ ਭੀਖ ਮੰਗਣਾ ਕੀਤੇ। ਸ਼ੋਭਾ ਕਰਦੀਆਂ ਸੰਗਤਾਂ ਕਿ ਇਸ ਤੋਂ ਬਾਅਦ ਅਬਦੁਲ ਖਾਨ ਦੀ ਵਾਰੀ ਆਉਣਾ ਕੀਤੀ ਹੈ, ਜਿਹੜਾ ਕਿ ਸਾਥੀਆਂ ਸਮੇਤ ਲੋਹਗੜ੍ਹ ਦੇ ਕਿਲੇ ਵਿੱਚ ਮਾਰਿਆ ਗਿਆ। ਉਸ ਤੋਂ ਬਾਅਦ ਦੇਖੋ ਸ਼ਕਤੀਸ਼ਾਲੀ ਕਾਬਲੀ ਬੇਗ, ਜਿਹੜਾ ਕਿ ਆਪਣੇ ਆਪ ਵਿੱਚ ਬੜਾ ਵੱਡਾ ਯੋਧਾ ਬਣਦਾ ਸੀ ਕਿ ਮੇਰੇ ਸਾਹਮਣੇ ਕੋਈ ਵੀ ਯੋਧਾ ਅੜ ਨਹੀਂ ਸਕਦਾ, ਸਤਿਗੁਰਾਂ ਨੇ ਉਹਨੂੰ ਵੀ ਮਾਲਵੇ ਦੀ ਇਲਾਕੇ ਵਿੱਚ ਰਣ ਖੇਤਰ ਵਿੱਚ ਰੱਖਣਾ ਕੀਤਾ। ਉਸ ਤੋਂ ਬਾਅਦ ਇਹਦਾ ਜਿਹੜਾ ਮਾਮਾ ਸੀ ਲੱਲਾ ਬੇਗ, ਉਹਨੂੰ ਵੀ ਜਮਾ ਦੇ ਘਰ ਵਿੱਚ ਭੇਜਣਾ ਕੀਤਾ। ਲੱਲਾ ਬੇਗ ਬੜ ਚਮੂ ਜੁੱਤ ਮਾਰੋ ਧਰਤੀ ਰੰਗ। ਕਿ ਲੱਲਾ ਬੇਗ ਜਿਹੜਾ ਕਿ 35000 ਫੌਜ ਦਾ ਸਰਦਾਰ ਬਣ ਕੇ ਆਇਆ, ਬੜਾ ਸਾਰਾ ਇਹਨੂੰ ਮਾਣ ਸੀ। ਇਹ ਬਾਦਸ਼ਾਹ ਸ਼ਾਹਜਹਾਨ ਨੂੰ ਹਿੱਕ ਥਾਪੜ ਕੇ ਕਹਿ ਕੇ ਆਇਆ ਸੀ ਕਿ ਬਾਦਸ਼ਾਹ ਸਲਾਮਤ, ਮੈਂ ਗਿਆ ਮਾਲਵੇ ਦੇ ਇਲਾਕੇ ਵਿੱਚ ਤੇ ਰਾਤੋਂ ਰਾਤ ਗੁਰੂ ਦੀਆਂ ਮੁਸ਼ਕਾਂ ਬੰਨ੍ਹ ਕੇ ਦੋਨਾਂ ਘੋੜਿਆਂ ਸਮੇਤ ਲਿਆ ਕੇ ਤੁਹਾਡੇ ਪੈਰਾਂ ਤੇ ਸੱਟਾਂਗਾ, ਫੇਰ ਮੈਨੂੰ ਜਾਣਿਓ ਕਿ ਵਾਕਈ ਲੱਲਾ ਬੇਗ ਹੈ। ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਅੱਗੇ ਜਾਵਾਂਗਾ ਨਾ ਮੇਰੇ ਪੁੱਤਰ ਮੁੜ ਕੇ ਆਉਣਗੇ ਤੇ ਨਾ ਮੈਂ ਆਉਣਾ ਹੈ, ਨਾ ਭਾਣਜੇ ਨੇ ਆਉਣਾ ਤੇ ਨਾ ਭਰਾ ਨੇ ਆਉਣਾ, 35000 ਫੌਜ ਦੇ ਨਾਲ ਉੱਥੇ ਹੀ ਰਹਿ ਜਾਵਾਂਗਾ। ਇਹ ਨਥਾਣੇ ਦੇ ਲਾਗੇ ਜਿਹੜਾ ਯੁੱਧ ਹੋਇਆ ਨਾ ਗੁਰੂ ਪਿਆਰ ਵਾਲਿਓ, ਪੰਜਾਂ ਨੂੰ ਹੀ ਸਤਿਗੁਰਾਂ ਨੇ ਥਾਂ ਰੱਖਣਾ ਕੀਤਾ 35000 ਫੌਜ ਸਮੇਤ। ਸ਼ੋਭਾ ਕਰਦੀਆਂ ਸੰਗਤਾਂ ਕਹਿੰਦੀਆਂ ਬਈ ਜਿਹੜਾ ਵੀ ਹੰਕਾਰ ਕੇ ਆਇਆ, ਕਿਉਂਕਿ ਗੁਰੂ ਪਿਆਰ ਵਾਲਿਓ ਇਸ ਘਰ ਦੀ ਮਰਜ਼ਾਦਾ ਹੈ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਜਿਹੜਾ ਇਸ ਘਰ ਦੇ ਨਾਲ ਅੜਦਾ ਹੈ ਉਹ ਮਰਦਾ ਹੀ ਹੈ। ਜਿਹੜੇ ਸ਼ਰਨ ਵਿੱਚ ਪੈਂਦੇ ਹੈ ਤੇ ਸਤਿਗੁਰੂ ਜੀ ਮਹਾਰਾਜ ਸ਼ਰਨ ਪਿਆਂ ਦੀ ਲਾਜ ਰੱਖਦੇ ਹੈ, ਉਹਨਾਂ ਨੂੰ ਸੁੱਖ ਵੀ ਦਿੰਦੇ ਹੈ, ਵਡਿਆਈਆਂ ਵੀ ਦਿੰਦੇ ਹੈ ਤੇ ਸੰਸਾਰਕ ਚਿੰਤਾਵਾਂ ਤੋਂ ਵੀ ਬਚਾ ਲੈਂਦੇ ਹੈ। ਗੁਰੂ ਪਿਆਰ ਵਾਲਿਓ ਇਸ ਘਰ ਦੀ ਮਹਿਮਾ ਹੈ। ਹੁਣ ਸੰਗਤਾਂ ਕਹਿੰਦੀਆਂ ਬਈ ਲੱਲਾ ਬੇਗ ਨੂੰ ਬੜਾ ਮਾਣ ਸੀ ਆਪਣੇ ਆਪ ਤੇ, ਸਤਿਗੁਰਾਂ ਨੂੰ ਪਕੜਨਾ ਚਾਹੁੰਦਾ ਸੀ, ਪਰ ਇਹ ਵੀ ਆਪਣੇ ਪ੍ਰਾਣ ਗਵਾ ਕੇ ਚਲਿਆ ਗਿਆ। ਪਰੀ ਧਾਕ ਚੌ ਦਿਸਨ ਮੈਂ ਕੰਪੇ ਗਣ ਰਾਜੇ, ਸੁਨ ਪ੍ਰਤਾਪ ਭਾਜਨ ਚੈਤ ਸਭ ਤਜੇ ਸਮਾਜੇ। ਕਿ ਚਾਰੇ ਪਾਸੇ
ਇਹ ਮਾਲਵੇ ਦੇ ਯੁੱਧ ਤੋਂ ਬਾਅਦ 6ਵੇਂ ਪਾਤਸ਼ਾਹ ਦੀ ਧਾਕ ਪੈ ਗਈ ਤੇ ਜਿਤਨੇ ਵੀ ਤੁਰਕ ਰਾਜੇ ਸੀ ਨਾ ਉਹ ਭੱਜਣ ਵਾਸਤੇ ਤਿਆਰ ਹੋ ਗਏ, ਆਪੋ ਆਪਣੇ ਇਲਾਕੇ ਛੱਡ ਕੇ। ਇਤਿਹਾਸਕਾਰ ਕਹਿੰਦਾ ਕਿ ਇਹ ਆਪਣੇ ਦਰਵਾਜ਼ੇ ਹੀ ਬੰਦ ਰੱਖਣ ਲੱਗ ਗਏ, ਕਦੀ ਕਦੀ ਆਪਣੀਆਂ ਹਵੇਲੀਆਂ ਦੇ ਦਰਵਾਜ਼ੇ ਖੋਲ੍ਹਦੇ। ਇਤਨਾ ਡਰ ਪੈ ਗਿਆ ਇਹਨਾਂ ਨੂੰ ਸਤਿਗੁਰਾਂ ਦਾ ਕਿ ਕਿਤੇ ਮਾਲਵੇ ਦੇ ਇਲਾਕੇ ਤੋਂ ਬਾਅਦ ਸਾਡੀ ਵਾਰੀ ਨਾ ਆਉਂਦੀ ਹੋਵੇ, ਸਾਡਾ ਰਾਜ ਭਾਗ ਨਾ ਖੋਣ। ਹੁਣ ਜਿਤਨੇ ਵੀ ਰਾਜੇ ਸੀ ਇਹ ਕੰਮ ਉੱਠੇ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਪ੍ਰਤਾਪ ਸੁਣ ਕੇ ਕਹਿਣ ਦਾ ਮਤਲਬ ਕਿ ਆਪੋ ਆਪਣੇ ਇਲਾਕੇ, ਆਪੋ ਆਪਣੇ ਸਾਜੋ ਸਮਾਨ ਛੱਡ ਕੇ ਤੇ ਭੱਜਣਾ ਚਾਹੁੰਦੇ ਹੈ। ਦਿੱਲੀ ਲਾਪਰ ਆਦ ਗੱਡ ਤਰਾਸਤ ਧਰ ਲਾਜੇ। ਦਿੱਲੀ ਲਾਪਰ ਇਹਦਾ ਮਤਲਬ ਹੈ ਕਿ ਦਿੱਲੀ ਅਤੇ ਲਾਹੌਰ ਤੱਕ ਜਿਤਨੇ ਵੀ ਹੈਗੇ ਸੀ ਨਾ ਇਹ ਤੁਰਕਾਂ ਦੇ ਰਾਜੇ, ਇਹ ਸਭ ਇਸ ਪਈ ਹੋਈ ਮਾਰ ਨੂੰ ਸੁਣ ਕੇ ਤੇ ਸ਼ਰਮਸ਼ਾਰ ਹੋ ਗਏ। ਇਹ ਸਤਿਗੁਰਾਂ ਨੇ ਐਸੀ ਕਮਾਲ ਕਰ ਦਿੱਤੇ ਕਿ ਬਾਦਸ਼ਾਹ ਸਲਾਮਤ ਦੀ 35,000 ਫੌਜ, ਛੋਟੀ ਜੀ ਫੌਜ ਦੇ ਨਾਲ ਮਾਰਨਾ ਕੀਤੀ ਹੈ ਕਿ ਕਿਸੇ ਕਿਸੇ ਦਿਨ ਹੀ ਇਹ ਕਿਲੇ ਦਾ ਦਰਵਾਜ਼ਾ ਖੋਲ੍ਹਦੇ ਆ, ਨਹੀਂ ਤੇ ਕਿਲਿਆਂ ਦੇ ਦਰਵਾਜ਼ੇ ਬੰਦ ਰੱਖਣ ਲੱਗ ਗਏ। ਇਤਨਾ ਸਤਿਗੁਰਾਂ ਦਾ ਡਰ ਪੈ ਗਿਆ ਗੁਰੂ ਪਿਆਰ ਵਾਲਿਓ, ਇਹਨਾਂ ਨੂੰ ਇਤਨਾ ਡਰ ਪੈਣਾ ਕੀਤਾ ਹੈ। ਸਾਹੂ ਜਹਾਂ ਪੈ ਤਾਰ ਕਰ ਰਨ ਤੇ ਚਿਤ ਟਾਰਾ, ਜਗ ਮੈਂ ਨਹਿ ਕੋ ਅਰ ਸਕੇ ਪ੍ਰਤਾਪ ਉਧਾਰਾ। ਕਿ ਸ਼ਾਹ ਜਹਾਨ ਵਰਗੇ ਨੂੰ ਵੀ ਤੱਕ ਨਹੀਂ ਪਈ ਮੁੜ ਕੇ ਕਿ ਮੈਂ ਆਪਣੀ 35,000 ਫੌਜ ਦਾ ਬਦਲਾ ਗੁਰੂ ਤੋਂ ਲੈ ਲਵਾਂ। ਮੁੜ ਕੇ ਸ਼ਾਹ ਜਹਾਨ ਨੇ ਵੀ ਮਾਲਵੇ ਵਾਲੇ ਪਾਸੇ ਮੂੰਹ ਨਹੀਂ ਕਰਨਾ ਕੀਤਾ, ਟਲ ਗਿਆ। ਤੇ ਸੰਸਾਰ ਦੇ ਵਿੱਚ ਕੋਈ ਵੀ ਸਤਿਗੁਰਾਂ ਦੇ ਸਾਹਮਣੇ ਅੜ ਨਹੀਂ ਸਕਦਾ। ਕਰਾਮਾਤ ਕਾਮਲ ਬਲੀ ਸਭ ਮਾਨੇ ਆਨਾ। ਕਿ ਇਹ ਘਰ ਦਾ ਬੜਾ ਵੱਡਾ ਪ੍ਰਤਾਪ ਹੈ, ਇਹ ਘਰ ਕਰਾਮਾਤਾਂ ਦਾ ਖਜ਼ਾਨਾ ਹੈ। ਜਿਹੜਾ ਵੀ ਇਸ ਘਰ ਦੇ ਨਾਲ ਅੜਦਾ ਹੈ ਉਹ ਮਾਰਿਆ ਜਾਂਦਾ ਹੈ। ਦੇਵਤੇ ਤੇ ਦੈਂਤ ਇਸ ਘਰ ਦੀ ਈਨ ਮੰਨਦੇ ਹੈ, ਉਹ ਵੀ ਦੋਨੋਂ ਹੱਥ ਜੋੜ ਕੇ ਤੇ ਨਮਸਕਾਰਾਂ ਕਰਦੇ ਹੈ। ਦੇਵਤੇ ਤੇ ਦੈਂਤ ਇਸ ਘਰ ਨੂੰ ਨਮਸਕਾਰਾਂ ਕਰਦੇ ਆ ਦੋਨੋਂ ਹੱਥ ਜੋੜ ਕੇ। ਇਸ ਵਾਸਤੇ ਇਹ ਸਦਾ ਹੀ ਸਤਿਗੁਰਾਂ ਦੀ ਆਗਿਆ ਵਿੱਚ ਚੱਲਦੇ ਹੈ। ਤੇ ਬਾਕੀ ਮਨੁੱਖਾਂ ਦੀ ਤੇ ਗੱਲ ਹੀ ਕੀ ਹੈ? ਕਿਹੜਾ ਮਨੁੱਖ ਜਿਹੜਾ ਕਿ ਗੁਰੂ ਸਾਹਿਬਾਨ ਜੀ ਦੇ ਸਾਹਮਣੇ ਅੜ ਸਕੇਗਾ? ਜਸ ਕਰਤਾ ਇਤਿਆਦ ਗੁਣ ਉਠ ਪ੍ਰਾਤ ਸੁਣਾਵੇ, ਸੰਖ ਸ਼ਬਦ ਚੌ ਉਰਤੇ ਪੁਰ ਵਿਖੇ ਉਠਾਵੇ। ਕਿ ਜਸ ਕਰਨ ਵਾਲੇ ਨਾ ਨਕੀਬ ਹਰ ਰੋਜ਼ ਸਵੇਰੇ ਉੱਠ ਕੇ ਸਾਰੀਆਂ ਸੰਗਤਾਂ ਦੇ ਵਿੱਚ ਸਤਿਗੁਰਾਂ ਦਾ ਜਸ ਕਰਦੇ ਹੈ, ਸ਼ੋਭਾ ਕਰਦੇ ਹੈ ਬਈ। ਅਤੇ ਨਗਰ ਦੇ ਚਾਰੇ ਪਾਸੇ ਇਹ ਸਤਿਗੁਰਾਂ ਦੇ ਨਗਾਰੇ ਵਜਾਉਂਦੇ ਹੈ, ਚਾਰੇ ਪਾਸੇ ਨਗਾਰੇ ਵਜਾਉਣਾ ਕਰਦੇ ਹੈ। ਤੇ ਸਤਿਗੁਰੂ ਜੀ ਮਹਾਰਾਜ ਵੀ ਸ਼ਸਤਰ ਵਸਤਰ ਪਹਿਨ ਕੇ ਤੇ ਫਿਰ ਸਮੇਂ ਅਨੁਸਾਰ ਦੀਵਾਨ ਸਜਾਉਂਦੇ ਹੈ, ਤਿਆਰ ਬਰ ਤਿਆਰ ਹੋ ਕੇ ਦੀਵਾਨ ਸਜਾਉਂਦੇ ਹੈ। ਜਿਵੇਂ ਜਿਵੇਂ ਸਤਿਗੁਰੂ ਜੀ ਮਹਾਰਾਜ ਗੱਦੀ ਤੇ ਸੁਭਾਏਮਾਨ ਹੁੰਦੇ ਹੈ ਤੇ ਸੰਗਤਾਂ ਨਮਸਕਾਰ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਦੀਆਂ। ਨੇੜੇ ਨੇੜੇ ਦੇ ਜਿਤਨੇ ਵੀ ਪਿੰਡ ਨੇ, ਜਿਵੇਂ ਜਿਵੇਂ ਇਹਨਾਂ ਨੇ ਸੁਣਿਆ ਕਿ ਸਤਿਗੁਰੂ ਜੀ ਕਰਤਾਰਪੁਰ ਵਿਖੇ ਆ ਗਏ ਹੈ, ਉਵੇਂ ਉਵੇਂ ਇਹ ਸੰਗਤਾਂ ਫਿਰ ਸਤਿਗੁਰਾਂ ਦੇ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਅਤੇ ਗੁਰਸਿੱਖ ਸਤਿਗੁਰੂ ਜੀ ਮਹਾਰਾਜ ਦੇ ਸੀਸ ਤੇ ਚੌਰ ਚੜਾਉਂਦੇ ਹੈ। ਦੂਰੋਂ ਆਉਣ ਵਾਲਿਆਂ ਨੂੰ ਇੱਦਾਂ ਨਜ਼ਰੀ ਆਉਂਦਾ ਹੈ ਕਿ ਇੱਕ ਚਿੱਟਾ ਹੰਸ ਇੱਕ ਪਾਸੇ ਤੋਂ ਉਡਾਰੀ ਮਾਰ ਕੇ ਦੂਸਰੇ ਪਾਸੇ ਤੇ ਦੂਸਰੇ ਪਾਸੇ ਤੋਂ ਫਿਰ ਪਹਿਲੇ ਪਾਸੇ ਵੱਲ ਆਉਂਦਾ ਹੈ। ਇਤਨੀ ਵੱਡੀ ਸ਼ੋਭਾ ਇਹ ਬਿਆਨ ਕੀਤੀ ਹੈ ਇਤਿਹਾਸਕਾਰ ਨੇ ਕਿ ਸਤਿਗੁਰੂ ਜੀ ਮਹਾਰਾਜ ਦੇ ਸੀਸ ਤੇ ਚੌਰ ਝੁਲਦਾ ਹੈ ਤੇ ਦੇਖਣ ਵਾਲਿਆਂ ਨੂੰ ਇਹ ਹੰਸ ਦਾ ਭੁਲੇਖਾ ਪੈਂਦਾ ਹੈ। ਵੱਡੇ ਵੱਡੇ ਮਸੰਦ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦੇ ਹੈ। ਜਿਤਨੀਆਂ ਵੀ ਸੰਗਤਾਂ ਵੱਲੋਂ ਭੇਟਾਵਾਂ ਦਿੱਤੀਆਂ ਜਾਂਦੀਆਂ ਉਹ ਲਿਆ ਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰਦੇ ਹਨ। ਆਏ ਸਭਾ ਪੂਰਨ ਭਈ ਲੋਚਨ ਅਰਬਿੰਦਾ, ਬੰਦਤ ਬਿਕਸੇ ਦੇਖਤੇ ਰਵ ਹਰ ਗੋਵਿੰਦਾ।
पैंदे खां आयो तबे जुत सिपर कृपाना, पग पंकज पर सिर धरो पिख नंद राना। कि जिमें जिमें संगतां आउंदियां सतगुरु जी महाराज सारिਆਂ ਨੂੰ ਬਖਸ਼ਾਂ ਦਿੰਦੇ ਹੈ। ਜੋ ਜੋ ਵੀ ਭਾਵਨਾਵਾਂ ਲੈ ਕਰਕੇ ਆਉਂਦੀਆਂ ਨਾ ਸੰਗਤਾਂ, ਸਤਿਗੁਰੂ ਜੀ ਸਾਰਿਆਂ ਦੀਆਂ ਮਨ ਦੀਆਂ ਭਾਵਨਾਵਾਂ ਸੰਪੂਰਨ ਕਰਦੇ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪ੍ਰੀ ਦੇ ਮਾਲਕ ਫਿਰ ਗੁਰਤਾ ਗੱਦੀ ਤੇ ਸੁਭਾਏਮਾਨ ਨੇ, ਤੇ ਪਹਿੰਦੇ ਖਾਂ ਕਿਰਪਾਨ ਪਹਿਨ ਕੇ ਆਇਆ। ਪਹਿੰਦੇ ਖਾਂ ਤਿਆਰ ਪਰ ਤਿਆਰ ਹੋ ਕੇ ਤੇ ਤਲਵਾਰ ਪਹਿਨ ਕਰਕੇ ਆਇਆ, ਤੇ ਆ ਕੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਆਨੰਦ ਪ੍ਰਾਪਤ ਕੀਤਾ, ਤੇ ਬੈਠ ਗਿਆ ਸਤਿਗੁਰਾਂ ਦੇ ਲਾਗੇ। ਇੱਕ ਟਿਕ ਲਾ ਕੇ ਤੇ ਸਤਿਗੁਰਾਂ ਦੇ ਮੁਖ ਵੱਲ ਦੇਖੀ ਜਾ ਰਿਹਾ ਸੀ। ਕੁਸ਼ਲ ਪ੍ਰਸੰਨ ਸਤਿਗੁਰ ਕਰੋ ਕਰ ਜੋਰ ਬਖਾਨਾ, ਮੈਂ ਰਾਵਰ ਕੀ ਕਿਰਪਾ ਤੇ ਸਦਹੀ ਸੁਖ ਸਾਨਾ। ਤੇ ਸਤਿਗੁਰਾਂ ਨੇ ਨਾ ਇਹਨੂੰ ਸੁਖ ਸ਼ਾਂਤੀ ਪੁੱਛੀ। ਕਹਿਣ ਲੱਗੇ ਪੁੱਤਰ ਪਹਿੰਦੇ ਖਾਂ ਸੁਣਾਓ ਰਾਜੀ ਬਾਜੀ ਹੋ, ਪਰਿਵਾਰ ਤੁਹਾਡਾ ਠੀਕ ਹੈ। ਹੁਣ ਜਦੋਂ ਸਤਿਗੁਰਾਂ ਨੇ ਇਹਨੂੰ ਸੁਖ ਸ਼ਾਂਤੀ ਪੁੱਛੀ ਨਾ, ਤੇ ਪਹਿੰਦੇ ਖਾਂ ਹੱਥ ਜੋੜ ਕੇ ਕਹਿੰਦਾ ਹਾਂ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਦੇ ਨਾਲ ਮੈਂ ਸਦਾ ਹੀ ਪਰਿਵਾਰ ਸਮੇਤ ਸੁਖੀ ਰਹਿੰਦਾ। ਤੁਹਾਡੀ ਬੜੀ ਵੱਡੀ ਕਿਰਪਾ ਹੈ, ਰਹਿਮਤ ਹੈ, ਤੁਸਾਂ ਨੇ ਬੜੀਆਂ ਸਾਰੀਆਂ ਬਖਸ਼ਾਂ ਦੇਣੀਆਂ ਕੀਤੀਆਂ। ਬੜੇ ਆਨੰਦ ਦੇ ਨਾਲ ਮੈਂ ਆਪਣੇ ਘਰ ਦੇ ਵਿੱਚ ਰਹਿਣਾ ਕਰਦਾ। ਤੇ ਨਾਲ ਹੀ ਕਹਿਣ ਲੱਗਾ ਸਤਿਗੁਰੂ ਜੀ, ਮੈਂ ਸੁਣਿਆ ਕਿ ਬੜਾ ਘਮਸਾਨ ਦਾ ਯੁੱਧ ਤੁਸਾਂ ਨੇ ਮਾਲਵੇ ਦੇ ਇਲਾਕੇ ਵਿੱਚ ਕਰਨਾ ਕੀਤਾ ਹੈ, ਪਰ ਮੇਰੀ ਬੇਨਤੀ ਹੈ ਸਤਿਗੁਰੂ ਜੀ, ਮੈਨੂੰ ਕਿਉਂ ਨਹੀਂ ਜੇ ਬੁਲਾਇਆ ਤੁਸੀਂ, ਮੈਨੂੰ ਕਿਉਂ ਯਾਦ ਨਹੀਂ ਕੀਤਾ? ਕਿਉਂਕਿ ਮੇਰੇ ਮਨ ਦੇ ਵਿੱਚ ਬੜਾ ਦੁੱਖ ਹੈ ਕਿ ਮੈਂ ਉਸ ਔਖੇ ਸਮੇਂ ਦੇ ਵਿੱਚ ਤੁਹਾਡੇ ਕੰਮ ਨਹੀਂ ਆਇਆ। ਤੁਸਾਂ ਨੇ ਛੋਟੇ ਹੁੰਦੇ ਨੂੰ ਖੁਰਾਕਾਂ ਖਵਾ ਕੇ ਪਾਲਣ ਪੋਸ਼ਣ ਕੀਤਾ, ਤੇ ਬੜੇ ਸਾਰੇ ਯੁੱਧ ਵਿਦਿਆ ਦੇ ਅਭਿਆਸ ਕਰਾਏ। ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਇੱਥੋਂ ਤੱਕ ਪਹੁੰਚਿਆ, ਪਰ ਸਤਿਗੁਰੂ ਜੀ ਮੈਨੂੰ ਕਿਉਂ ਯਾਦ ਨਹੀਂ ਕੀਤਾ ਤੁਸੀਂ? ਮੈਂ ਵੀ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਯਾਦ ਕਰਦੇ, ਤੇ ਮੈਂ ਵੀ ਮਾਲਵੇ ਇਲਾਕੇ ਵਿੱਚ ਪਹੁੰਚ ਕੇ ਤੁਹਾਡੇ ਨਾਲ ਹੋ ਕੇ ਤੇ ਯੁੱਧ ਲੜਨਾ ਕਰਦਾ। ਸੁਣ ਸਤਿਗੁਰ ਧੀਰਜ ਦਈ ਪੁਣ ਜੰਗ ਮਚੇਗੋ, ਤਹਾਂ ਕਾਮ ਤੂੰ ਆਏ ਹੈ ਰਜ ਸੋਣ ਰਚੇਂਗੋ। ਇਹ ਸੁਣ ਕੇ ਨਾ ਤੇ ਸਤਿਗੁਰਾਂ ਨੇ ਧੀਰਜ ਦੇਣਾ ਕੀਤਾ ਪਹਿੰਦੇ ਖਾਂ ਨੂੰ। ਕਹਿਣ ਲੱਗੇ ਪੁੱਤਰ ਪਹਿੰਦੇ ਖਾਂ, ਕੋਈ ਗੱਲ ਨਹੀਂ, ਅਸੀਂ ਦੇਖ ਲਿਆ ਕਿ ਜ਼ਿਆਦਾ ਬਲਵਾਨ ਯੋਧਿਆਂ ਦੀ ਕੋਈ ਲੋੜ ਨਹੀਂ, ਤੇ ਜਿਤਨੀ ਕਿ ਫੌਜ ਆਈ ਹੈ ਉਹਦੇ ਨਾਲ ਇਹ ਫੌਜ ਲੜ ਸਕੇਗੀ। ਇਸ ਵਾਸਤੇ ਤੈਨੂੰ ਯਾਦ ਕੀਤਾ ਨਹੀਂ। ਫਿਰ ਅੱਗੇ ਜੰਗ ਮਚੇਗਾ ਨਾ, ਤੇ ਫਿਰ ਤੁਸੀਂ ਉਸ ਜੰਗ ਦੇ ਵਿੱਚ ਹਿੱਸਾ ਲੈ ਲੈਣਾ। ਹੁਣ ਜੰਗ ਮਚੇਗੋ ਕਿ ਫਿਰ ਉਸ ਯੁੱਧ ਦੇ ਵਿੱਚ ਬੜਾ ਘਮਸਾਨ ਦਾ ਯੁੱਧ ਹੋਣਾ, ਉਹਦੇ ਵਿੱਚ ਤੁਹਾਨੂੰ ਯਾਦ ਕਰ ਲਵਾਂਗੇ। ਉਹਦੇ ਵਿੱਚ ਤੁਸੀਂ ਆਪਣੀ ਬਲਵਾਨਤਾ ਦੇ ਜੌਹਰ ਦਿਖਾ ਲੈਣਾ। ਤੂਸ਼ਨ ਹੋਇਓ ਖਾਨ ਤਬ ਨੈ ਬੋਲ ਸਕੰਤਾ। ਤੇ ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਨਾ, ਪਹਿੰਦੇ ਖਾਂ ਸੁਣ ਕੇ ਤੇ ਚੁੱਪ ਹੋ ਗਿਆ, ਬੋਲ ਨਹੀਂ ਸਕਿਆ। ਸਤਿਗੁਰਾਂ ਦੀ ਰਮਜ ਨੂੰ ਸਮਝ ਗਿਆ, ਸੁਣ ਕੇ ਤੇ ਚੁੱਪ ਕਰ ਗਿਆ, ਕਿਉਂਕਿ ਇਹਨੂੰ ਵੀ ਪਤਾ ਸੀ ਕਿ ਮੈਂ ਪਹਿਲੇ ਯੁੱਧ ਵਿੱਚ ਹੀ, ਉਸ ਤੋਂ ਬਾਅਦ ਬੜੀਆਂ ਸਾਰੀਆਂ ਲੋਕਾਂ ਦੇ ਪਾਸ ਡੀਂਗਾਂ ਮਾਰੀਆਂ, ਆਪਣੀ ਬਲਵਾਨਤਾ ਦਾ ਹੰਕਾਰ ਕੀਤਾ। ਸਤਿਗੁਰਾਂ ਨੇ ਇਸੇ ਵਾਸਤੇ ਮੈਨੂੰ ਛਿਣਕ ਦੇਣਾ ਕੀਤਾ। ਪਤਾ ਸੀ ਪਹਿੰਦੇ ਖਾਂ ਨੂੰ, ਜਾਣਦਾ ਸੀ, ਕੋਈ ਨਿਆਣਾ ਥੋੜਾ ਸੀ। ਇਹਨੂੰ ਪਤਾ ਸੀ ਕਿ ਮੇਰੇ ਹੰਕਾਰ ਕਰਕੇ ਸਤਿਗੁਰਾਂ ਨੇ ਮੈਨੂੰ ਬੁਲਾਣਾ ਨਹੀਂ ਕੀਤਾ, ਮੇਰੀ ਲੋੜ ਨਹੀਂ ਸਮਝਣਾ ਕੀਤੀ। ਇਹ ਘਰ ਘਰਾਂ ਮਾਤਾਂ ਦਾ ਖਜ਼ਾਨਾ ਹੈ, ਇੱਥੇ ਹੰਕਾਰੀ ਨੂੰ ਕੋਈ ਥਾਂ ਨਹੀਂ। ਕਦਾਚਿਤ ਵੀ ਹੰਕਾਰੀ ਨੂੰ ਇਸ ਘਰ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਇਸ ਵਾਸਤੇ ਬੋਲ ਨਹੀਂ ਸਕਿਆ। ਇਤਿਹਾਸਕਾਰ ਕਹਿੰਦਾ ਕਿ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਆ ਰਹੀ ਹੈ। ਸਤਿਗੁਰੂ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੈ। ਜਿੱਦਾਂ ਕਿ ਤਾਰਿਆਂ ਦੇ ਵਿੱਚ ਚੰਦ ਸ਼ੋਭਦਾ ਹੈ, ਇੱਦਾਂ ਹੀ ਸਤਿਗੁਰੂ ਜੀ ਮਹਾਰਾਜ ਬੜੀ ਸ਼ੋਭਾ ਪਾ ਰਹੇ ਹੈ। ਕਰਤਾਰਪੁਰ ਦੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਜਿੱਥੇ ਬੜੀਆਂ ਆਨੰਦਿਤ ਨੇ, ਉੱਥੇ ਜਿਤਨਾ ਵੀ ਇਲਾਕਾ ਹੈ, ਸਾਰੇ ਇਲਾਕੇ ਨੇ ਆ ਕਰਕੇ
ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ। ਆਪੋ ਆਪਣੇ ਘਰਾਂ ਵਿੱਚੋਂ ਜਿਤਨੀ ਵੀ ਵਿੱਤ ਅਨੁਸਾਰ ਬੜੇ ਸਾਰੇ ਉਪਹਾਰ ਲੈ ਕੇ ਗੁਰੂ ਚਰਨਾਂ ਵਿੱਚ ਪਹੁੰਚਦੇ ਹਨ। ਸੁਣ ਸੁਣ ਗੁਰ ਆਗਮਨ ਕੋ ਢਿਗ ਢਿਗਪੁਰ ਗ੍ਰਾਮੂ ਉਤਲਾਵਤ ਪਹੁੰਚਤ ਭਿਖੋ ਦਰਸ਼ਨ ਅਬਰਾਬੂ। ਕਿ ਸਤਿਗੁਰੂ ਜੀ ਮਹਾਰਾਜ ਦਾ ਆਉਣਾ ਸੁਣ ਕੇ ਨਗਰਾਂ ਦੇ ਨਗਰ ਜਿਹੜੇ ਆ ਉਹ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਏ ਹੈ। ਬੜੇ ਆਨੰਦਿਤ ਹੋ ਕੇ ਬੜੇ ਉਤਾਵਲੇ ਹੋ ਕੇ ਪਹੁੰਚਦੇ ਹੈ ਤੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਬੜਾ ਵੱਡਾ ਸੁਖ ਪ੍ਰਾਪਤ ਕਰਦੇ ਹੈ। ਜਿੱਥੇ ਗੁਰੂ ਪਿਆਰ ਵਾਲਿਓ ਆਉਂਦੀਆਂ ਨਾ ਸੰਗਤਾਂ, ਉੱਥੇ ਆਪੋ ਆਪਣੀ ਵਿੱਤ ਅਨੁਸਾਰ ਬੜੇ ਸਾਰੇ ਉਪਹਾਰ ਲੈ ਕੇ ਗੁਰੂ ਚਰਨਾਂ ਵਿੱਚ ਸੰਗਤਾਂ ਪਹੁੰਚਦੀਆਂ। ਆਪੋ ਆਪਣੀ ਵਿੱਤ ਅਨੁਸਾਰ ਬੜੇ ਸਾਰੇ ਉਪਹਾਰ ਲੈ ਕੇ ਸਿੱਖ ਸੰਗਤਾਂ ਪਹੁੰਚਦੀਆਂ ਤੇ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਮਨ ਦੀਆਂ ਭਾਵਨਾਵਾਂ ਸੰਪੂਰਨ ਕਰੀ ਜਾਂਦੇ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਜੋ ਵੀ ਸੰਗਤਾਂ ਨੇ ਭਾਵਨਾ ਬਣਾ ਕੇ ਮੰਗਿਆ ਨਾ ਗੁਰੂ ਪਿਆਰ ਵਾਲਿਓ, ਕਿਉਂਕਿ ਲੋੜ ਸ਼ਰਧਾ ਦੀ ਹੈ, ਪ੍ਰੇਮ ਭਾਵਨਾ ਦੀ ਹੈ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨਹਾਰ। ਜਿਹੜੇ ਸ਼ਰਧਾ ਬਣਾ ਕੇ ਇਸ ਘਰ ਦੇ ਵਿੱਚ ਆ ਗਏ ਨਾ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਗੁਰੂ ਪਿਆਰ ਵਾਲਿਓ। ਬਖਸ਼ਿਆਂ ਦੇ ਕੇ ਸਤਿਗੁਰੂ ਜੀ ਨਿਹਾਲ ਕਰੀ ਜਾਂਦੇ ਹਨ। ਕਿਰਪਾ ਦ੍ਰਿਸ਼ਾ ਪਰ ਕਰੈ ਹੋਏ ਧਨੀ ਕੇ ਰੰਕਾ, ਮਨੋ ਚਕੂਰਨ ਆਨੰਦ ਦੇ ਚਿਤ ਰਿਤ ਸਰਦ ਮੇਅੰਕਾ। ਕਿ ਸਾਰਿਆਂ ਉੱਤੇ ਸਤਿਗੁਰੂ ਜੀ ਮਹਾਰਾਜ ਕਿਰਪਾ ਦ੍ਰਿਸ਼ਟੀ ਛੱਡਦੇ ਆ, ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ। ਕਿਰਪਾ ਦ੍ਰਿਸ਼ਟ ਸਭ ਪਰ ਕਰਹਿ ਹੋਏ ਧਨੀ ਕੇ ਰੰਕਾ। ਧਨੀ ਬੰਦਾ ਅਮੀਰ, ਰੰਕਾ ਦਾ ਮਤਲਬ ਕਿ ਗਰੀਬ, ਜਿਹਦੇ ਪਾਸ ਥੋੜਾ ਧਨ। ਸਤਿਗੁਰੂ ਜੀ ਮਹਾਰਾਜ ਸਾਰਿਆਂ ਉੱਤੇ ਇੱਕੋ ਜਿਹੀਆਂ ਰਹਿਮਤਾਂ ਵਰਤਾਉਂਦੇ ਹੈ ਤੇ ਗੁਰੂ ਕੇ ਪਿਆਰੇ ਬੈਠ ਕਰਕੇ ਸਤਿਗੁਰਾਂ ਦੇ ਮੁਖਾਰ ਬਿੰਦ ਵੱਲ ਦੇਖ ਕੇ ਬੜੇ ਪ੍ਰਸੰਨ ਹੁੰਦੇ ਹੈ ਤੇ ਸਤਿਗੁਰੂ ਜੀ ਮਹਾਰਾਜ ਦੀ ਸ਼ੋਭਾ ਕਰਦੇ ਹੈ। ਵਿਧੇ ਚੰਦ ਕੇ ਗੁਣ ਕਭੇ ਸੁਣ ਸਭ ਬਿਸਮਾਈ। ਤੇ ਸਤਿਗੁਰੂ ਜੀ ਮਹਾਰਾਜ ਨਾ ਬੈਠੇ ਹੋਏ ਨਾ ਆਪਣੇ ਗੁਰਸਿੱਖ ਭਾਈ ਵਿਧੇ ਚੰਦ ਜੀ ਦੇ ਘੋੜੇ ਲਿਆਉਣ ਵਾਲਾ ਪ੍ਰਸੰਗ ਸੁਣਾ ਕੇ ਤੇ ਵਿਧੇ ਚੰਦ ਦੀ ਬੜੀ ਸਲਾਹਣਾ ਕਰਦੇ ਆ। ਸਤਿਗੁਰੂ ਜੀ ਸਲਾਘਾ ਕਰਦੇ ਹੈ, ਦੱਸਦੇ ਆ ਕਿ ਬਈ ਦੇਖੋ ਭਾਈ ਵਿਧੇ ਚੰਦ ਵਰਗਾ ਹੋਰ ਕੋਈ ਨਹੀਂ ਹੋ ਸਕਦਾ, ਜਿਹਨੇ ਕਿ ਲਾਹੌਰ ਪਹੁੰਚ ਕੇ ਬਾਦਸ਼ਾਹ ਸ਼ਾਹਜਹਾਨ ਦੇ ਕਿਲੇ ਵਿੱਚੋਂ ਪਹਿਲਾ ਘੋੜਾ ਕਾਹੀ ਬਣ ਕੇ ਤੇ ਦੂਸਰਾ ਘੋੜਾ ਨਜੂਮੀਆਂ ਬਣ ਕੇ, ਜੋਤਸੀ ਬਣ ਕੇ ਲਿਆਉਣਾ ਕੀਤਾ। ਸਾਹਮਣੇ ਲੈ ਕੇ ਆਇਆ ਲਲਕਾਰ ਕੇ, ਪਰ ਐਸੇ ਢੰਗ ਦੇ ਐਸ ਜੁਗਤੀ ਦੇ ਨਾਲ ਲਿਆਂਦਾ ਨਾ, ਬਾਦਸ਼ਾਹ ਵਰਗੇ ਬੁਖਲਾ ਗਏ ਤੇ ਆਵਾਜ਼ਾਂ ਮਾਰਦੀ ਰਹਿ ਗਏ, ਆਵਾਜ਼ਾਂ ਮਾਰਦੀ ਰਹਿ ਗਏ। ਕੋਈ ਕਿਤੇ ਤਾੜਿਆ ਹੋਇਆ, ਕੋਈ ਕਿਤੇ ਤਾੜਿਆ ਹੋਇਆ। ਭਾਈ ਵਿਧੇ ਚੰਦ ਜੀ ਜਿੱਥੇ ਦੋਨੋਂ ਘੋੜੇ ਲੈ ਕੇ ਆਏ ਨਾ, ਉੱਥੇ ਹਿੱਕ ਥਾਪੜ ਕੇ ਸ਼ਾਹਜਹਾਨ ਬਾਦਸ਼ਾਹ ਨੂੰ ਕਹਿ ਕੇ ਆਏ, ਸ਼ਾਹਜਹਾਨ ਬਾਦਸ਼ਾਹ ਇਸ ਘਰ ਦੇ ਵਿੱਚ ਸੱਚ ਹੀ ਸੱਚ ਹੈ, ਇੱਥੇ ਝੂਠ ਨਹੀਂ। ਮੈਂ ਤੈਨੂੰ ਸੱਚ ਸੱਚ ਕਰਕੇ ਦੱਸਿਆ, ਮੈਂ ਸੱਚਾ ਜੋਤਸ਼ੀ ਹਾਂ ਤੇ ਤੈਨੂੰ ਦੱਸਦਾ ਕਿ ਮੈਂ ਭਾਈ ਵਿਧੇ ਚੰਦ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਯੋਧਾ, ਉਹਨਾਂ ਦਾ ਸੇਵਕ। ਪਹਿਲਾ ਘੋੜਾ ਵੀ ਮੈਂ ਤੇਰਾ ਲੱਗਿਆ ਕਾਹੀ ਬਣ ਕੇ ਤੇ ਆ ਦੂਸਰਾ ਘੋੜਾ ਵੀ ਮੈਂ ਜੋਤਸ਼ੀ ਬਣ ਕੇ ਲੈ ਚੱਲਿਆ। ਜੇ ਤੇਰੇ ਵਿੱਚ ਤੱਕ ਹੈ ਤੇ ਅਸੀਂ ਮਾਲਵੇ ਦੇ ਇਲਾਕੇ ਵਿੱਚ ਪਿੰਡ ਰੂਪੇ ਬੈਠੇ ਹੋਏ ਆ, ਤੂੰ ਆਪਣੀਆਂ ਫੌਜਾਂ ਲੈ ਕਰਕੇ ਆ ਜਾਈਂ। ਜੇ ਤੇਰੀ ਛਾਤੀ ਵਿੱਚ ਦਮ ਹੋਇਆ ਤੇ ਘੋੜੇ ਮੁੜਵਾ ਕੇ ਦੇਖ ਲਈ, ਉੱਥੇ ਲੋਹੇ ਤੇ ਲੋਹਾ ਖੜਕੇਗਾ, ਛਾਤੀ ਵਿੱਚ ਹੀ ਖਾਵਾਂਗੇ ਤੇ ਛਾਤੀ ਵਿੱਚ ਹੀ ਮਾਰਾਂਗੇ। ਫਿਰ ਉੱਥੇ ਪਤਾ ਚੱਲ ਜਾਏਗਾ ਕੌਣ ਜਿੱਤਦਾ ਤੇ ਕੌਣ ਹਾਰਦਾ। ਸਭ ਕੁਝ ਦੱਸ ਕੇ ਆਏ ਸੀ ਬਾਬਾ ਵਿਧੇ ਚੰਦ ਜੀ। ਸਤਿਗੁਰੂ ਜੀ ਮਹਾਰਾਜ ਆਪਣੇ ਯੋਧੇ ਦੀ ਸਲਾਘਾ ਕਰਦੇ ਹੈ, ਕਹਿੰਦੇ ਬਈ ਭਾਈ ਵਿਧੇ ਚੰਦ ਵਰਗਾ ਕੋਈ ਨਹੀਂ ਹੋ ਸਕੇਗਾ, ਜਿਹੜੇ ਕਿ ਇਤਨੇ ਸਿਆਣੇ, ਸ੍ਰੇਸ਼ਟ, ਬਲਵਾਨ ਤੇ ਜੁਗਤੀ ਤੇ ਬੁੱਧੀਵਾਨ, ਜਿਨ੍ਹਾਂ ਨੇ ਕਿ ਦੇਖੋ ਬਾਦਸ਼ਾਹ ਨੂੰ ਵੀ ਕੁਛ ਸਮਝਣਾ ਨਹੀਂ ਕੀਤਾ। ਇਕੱਲੇ ਜਣੇ ਗਏ ਤੇ ਵਾਰੀ ਵਾਰੀ ਦੋਨਾਂ ਘੋੜਿਆਂ ਨੂੰ ਲੈ ਕੇ ਆਇਆ। ਨਹੀਂ ਤੇ ਇੱਕ ਵਾਰੀ ਕਿਤੇ ਚੋਰੀ ਹੋ ਜਾਏ ਨਾ
ਤੇ ਫਿਰ ਦੂਸਰੀ ਵਾਰ ਉਸ ਪਾਸੇ ਵੱਲ ਕੋਈ ਮੂੰਹ ਨਹੀਂ ਕਰਦਾ, ਜਲਦੀ ਜਲਦੀ ਛੇਤੀ ਹੀ ਜਾ ਪਹੁੰਚੇ। ਭਾਈ ਬਿਧੀ ਚੰਦ ਜੀ ਥੋੜ੍ਹੇ ਸਮੇਂ ਬਾਅਦ ਹੀ ਪਹੁੰਚ ਗਏ ਕਿ ਜਾ ਕੇ ਦੂਸਰਾ ਘੋੜਾ ਵੀ ਲਿਆਉਣਾ ਕੀਤਾ। ਸਤਿਗੁਰੂ ਜੀ ਮਹਾਰਾਜ ਇੱਦਾਂ ਆਪਣੇ ਯੋਧੇ ਦੀ ਨਾ ਇਹ ਘੋੜਿਆਂ ਵਾਲੀ ਜਿਹੜਾ ਪ੍ਰਸੰਗ ਸੀ ਸੁਣਾ ਕੇ ਤੇ ਸ਼ੋਭਾ ਕਰਦੇ ਹੈ। ਸੰਗਤਾਂ ਸੁਣ ਕੇ ਬੜੀਆਂ ਹੈਰਾਨ ਹੁੰਦੀਆਂ। ਜਿੱਥੇ ਹੈਰਾਨ ਹੁੰਦੀਆਂ ਉੱਥੇ ਭਾਈ ਬਿਧੀ ਚੰਦ ਜੀ ਤੋਂ ਬਲਹਾਰ ਕੁਰਬਾਨ ਜਾਂਦੀਆਂ, ਸ਼ਾਬਾਸ਼ ਸ਼ਾਬਾਸ਼ ਕਹਿੰਦੀਆਂ। ਸਭ ਭਾਈ ਬਿਧੀ ਚੰਦ ਵੱਲ ਦੇਖ ਕੇ ਮਨ ਹੀ ਮਨ ਵਿੱਚ ਬੜੇ ਹੈਰਾਨ ਹੁੰਦੇ ਆ। ਸੋ ਅੱਜ ਇੱਥੇ ਸਮਾਪਤੀ ਹੈ। ਕੱਲ੍ਹ ਨੂੰ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿਵੇਂ ਵੀ ਸਤਿਗੁਰਾਂ ਦੀ ਰਹਿਮਤ ਹੋਏਗੀ, ਜੇ ਸਤਿਗੁਰੂ ਜੀ ਕਿਰਪਾ ਕਰਨਗੇ ਤੇ ਕੱਲ੍ਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮਨ ਕਰਕੇ, ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ। ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ ਹੈ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਹੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ 'ਤੇ ਮਿਹਰਾਂ ਦਾ ਹੱਥ ਰੱਖਣ ਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਚਰਨਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਸ਼ਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।